ਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਮਾਈ ਭਾਈ ਸਤਿਗੁਰ ਦੇ ਪਾਵਨ ਚਰਨਾਂ ਦੇ ਵਿੱਚ ਨਿਤਾ ਪ੍ਰਤੀ जो सतगुर जी का हुक्म है, गुर सतगुर का जो सिख खाए, सो पल के उठ हर नाम ध्यावै, उद्यम करै पल के प्रभाती, स्नान करे अमृत सर नावै, फिर चढ़ै दिवस गुरबाणी गावै, बहंदिया उठदिया हर नाम ध्यावै। आप माई भाई सतगुर दे पावन चरनां दियां हाजरियां भर रहे हो। सो अज धन धन साहिब गुरु रामदास जी महाराज जी का प्रकाश दिहाड़ा है। सो आओ कुछ समा आपां सतगुर जी के जीवन नूं विचारीए। धन गुरु रामदास जी महाराज सतगुर जी का जे जीवन आप विचारीए ना, जिथे धन गुरु रामदास जी महाराज जी के जीवन विच रूहानीयत ते आत्मक सोझी सानू मिलती है, उत्थे जे आपां समाजिक तौर ते दुनियावी तौर ते भी सतगुर जी का जीवन बाचीए ना, तो बड़ी सानू सेध मिलती है। देखो प्यारिओ, हरेक मनुख की जिंदगी विच दुख होंदा है, गुरबाणी कहती है। कोई तन दुखी, कोई मन दुखी, कोई चिंता चिंत उदास, थोड़े थोड़े सब दुखी, एक सुखी हरि के दास। बात फरीद जी भी कहते हैं, फरीदा मैं जाननिया दुख मुझको, दुख सवाया जग। कहते मैं तो समझदा ही दुख केवल मैनू है, पर यह दुख सारे संसार दे विच समाया हुआ है। किसी का कोई प्यारा चढ़ाई कर जाता है, बंदा दुखी हो जाता है। किसी कोले कोई धन दौलत नहीं है, बंदा दुखी हो जाता है। सारे दुख नहीं ना कट्ठे होंदे किसी की जिंदगी च। कोई धन करके दुखी है, किसी के सिर तो माँ बाप भैन भरावां दा साया उठ जाता है, बंदा तां दुखी हो जाता है। किसी कोले घर नहीं ना, ते थां थां जे समान चुकना पै जावे तो बंदा तां दुखी हो जाता भी मेरे कोल आसरा ही नहीं है रहन नूं। पर धन गुरु रामदास जी महाराज जी का जे जीवन आप विचारीए ना, 1591 विक्रमी संमत कतक दी दूज, 1534 जिहड़ा ईसवी सन है, 24 सितंबर सतगुरु जी का प्रकाश चूना मंडी लाहौर विखे होया। धन गुरु रामदास जी महाराज जी के पिता बाबा हरदास जी, माता दया कौर जी। हुण प्यारिओ देखो, जीवन नूं विचारिओ कि 2 साल की उम्र दे विच धन गुरु रामदास जी महाराज जी दे ना
ਮਾਤਾ ਜੀ ਚੜ੍ਹਾਈ ਕਰ ਗਏ। 2 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਦੀ ਮਾਂ ਚੜ੍ਹਾਈ ਕਰ ਜਾਵੇ ਤੇ ਕੀ ਉਹਦਾ ਜੀਵਨ ਹੁੰਦਾ, ਕਿੰਨਾ ਦੁਖੀ ਹੋ ਜਾਂਦਾ ਹੈ। ਕਿਉਂਕਿ ਜੋ ਮਾਂ ਬੱਚੇ ਦੀ ਪਰਵਰਿਸ਼ ਕਰ ਸਕਦੀ ਹੈ ਨਾ, ਉਹ ਕੋਈ ਹੋਰ ਨਹੀਂ ਕਰ ਸਕਦਾ। ਕਿੱਡਾ ਵੱਡਾ ਦੁੱਖ ਪਿਆ। ਇੱਥੇ ਹੀ ਬਸ ਨਹੀਂ ਹੈ। 7 ਸਾਲ ਦੀ ਆਰਬਲਾ ਹੋਈ, ਪਿਤਾ ਜੀ ਚੜ੍ਹਾਈ ਕਰ ਗਏ। ਪਿਤਾ ਜੀ ਚੜ੍ਹਾਈ ਕਰ ਗਈ ਤੇ ਕਿਸੇ ਨੇ ਵੀ ਨਾ, ਰਿਸ਼ਤੇਦਾਰ, ਭੈਣ ਭਰਾ, ਸਾਕ ਸੰਬੰਧੀ, ਕਿਸੇ ਨੇ ਵੀ ਸਤਿਗੁਰ ਦੀ ਬਾਂਹ ਨਹੀਂ ਫੜੀ, ਕਿਸੇ ਨੇ ਸਹਾਰਾ ਨਹੀਂ ਦਿੱਤਾ। ਦੇਖੋ ਇਹ ਦੁਨੀਆ ਨਾ ਜਿਹੜੀ, ਇਹ ਕਹਿਣ ਨੂੰ ਭਾਵੇਂ ਕਰੀ ਜਾਵੇ ਜੀ ਫਲਾਨਾ ਗਰੀਬ ਹੈ ਜੀ, ਹੁਣ ਵੀ ਬੜਾ ਰੌਲਾ ਚੱਲਿਆ ਜੀ ਉਹ ਗਰੀਬ ਮਾਰਤਾ ਜੀ, ਏਦਾਂ ਹੋਇਆ ਏਦਾਂ। ਦੇਖੋ ਜਦੋਂ ਬੰਦਾ ਜਿਉਂ ਰਿਹਾ ਹੁੰਦਾ ਨਾ ਜੀਵਨ, ਸਹਾਰਾ ਦੇਣ ਵਾਲੇ ਬੜੇ ਥੋੜੇ ਹੁੰਦੇ ਆ, ਐਵੇਂ ਗੱਲਾਂ ਕਰਨ ਵਾਲੇ ਬੜੇ ਹੁੰਦੇ ਆ। ਉਹ ਕਹਿੰਦੇ ਵੀ ਜੇ ਤਾਂ ਕਿਸੇ ਦੀ ਜ਼ਮੀਨ ਵਿੱਚ ਪਸ਼ੂ ਵੜਿਆ ਬੈਠਾ ਹੋਵੇ ਨਾ, ਜਾਂ ਕਿਸੇ ਦੀ ਦੁਕਾਨ ਦੇ ਵਿੱਚ, ਤੇ ਫਿਰ ਬੰਦਾ ਕਹਿੰਦਾ ਜਾ ਭਗਤਾ ਛਕ ਲਾ ਲੈ ਆਨੰਦ। ਪਰ ਉਹੀ ਜਦੋਂ ਆਪਦੀ ਜ਼ਮੀਨ ਵਿੱਚ ਵੜ ਜੇ ਫਿਰ ਡੰਗ ਛੋਟੀ ਲੈ ਕੇ ਤੁਰ ਪੈਂਦੇ ਆ। ਉਦੋਂ ਨਹੀਂ ਭਗਤ ਕਹਿੰਦਾ ਕੋਈ, ਦੂਜੇ ਫੇਰੇ ਭਗਤ ਕਹਿੰਦੇ ਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਕਿ ਬਿਪਤ ਪਰੇ ਸਭ ਹੀ ਸੰਗ ਛਾੜ ਤੋ ਕੋ ਨਾ ਆਵਤ ਨੇਰੇ, ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ। ਸੁਖ ਦੇ ਵਿੱਚ ਤੇ ਬੜੇ ਆਉਣਗੇ, ਬੜੇ ਤੇਰੀਆਂ ਬਾਹਾਂ ਫੜਨ ਵਾਲੇ ਹੋਣਗੇ, ਪਰ ਦੁੱਖ ਵਿੱਚ ਨਹੀਂ ਹੋਣੇ। ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਨਾ, ਉਹਨਾਂ ਦਾ ਤੇ ਪਤਾ ਹੀ ਦੁੱਖ ਵਿੱਚ ਲੱਗਦਾ ਵੀ ਆਪਣੇ ਕੌਣ ਹੈ। ਪਰ ਦੁੱਖ ਦੇ ਵਿੱਚ ਕੋਈ ਨਹੀਂ ਬਾਂਹ ਫੜਨ ਵਾਲਾ ਹੁੰਦਾ। ਇੱਕ ਵਿਦਵਾਨ ਕਹਿੰਦੇ ਦੁੱਖ ਦੇ ਵਿੱਚ ਤੇ ਆਪਣੇ ਕਹਿੰਦਾ ਇਦਾਂ ਸਾਹ ਛੱਡ ਦਿੰਦੀ ਹੈ ਜਿਵੇਂ ਹਨੇਰੇ ਦੇ ਵਿੱਚ ਬੰਦੇ ਦਾ ਪਰਛਾਵਾਂ ਸਾਹ ਛੱਡ ਦਿੰਦਾ। ਇੱਕ ਦਰਖਤ ਦੇ ਉੱਪਰ ਫਲ ਲੱਗੇ ਹੋਣ, ਠੰਡੀ ਛਾਂ ਹੋਵੇ, ਪੰਛੀ ਆ ਕੇ ਬਹਿੰਦੇ ਨੇ, ਪਰ ਉਹ ਦਰਖਤ ਜਦੋਂ ਸੁੱਕ ਜਾਵੇ ਨਾ ਉਹਦੇ ਫਲ ਹੋਣ, ਨਾ ਠੰਡੀ ਛਾਂ ਹੋਵੇ, ਉਦੋਂ ਕੋਈ ਪੰਛੀ ਨਹੀਂ ਆ ਕੇ ਬਹਿੰਦਾ। ਜਦੋਂ ਚੰਗੇ ਫਲ ਲੱਗੇ ਹੋਣ, ਠੰਡੀ ਛਾਂ ਹੋਵੇ, ਪੰਛੀ ਆ ਕੇ ਬਹਿੰਦੇ ਐ, ਬੜੇ ਰਾਗ ਅਲਾਪਦੇ ਐ। ਪਤਝੜ ਆ ਜਾਵੇ, ਪੱਤੇ ਝੜ ਜਾਣ, ਨਾ ਕੋਈ ਫੁੱਲ ਰਵੇ ਨਾ ਫਲ ਰਵੇ, ਨਾ ਠੰਡੀ ਛਾਂ ਰਵੇ, ਕੋਈ ਪੰਛੀ ਨਹੀਂ ਆ ਕੇ ਬਹਿੰਦਾ। 1 ਮਿੰਟ ਬੈਠੇਗਾ ਉਡਾਰੀ ਮਾਰ ਜਾਂਦਾ। ਓਏ ਮਣਾ, ਜਦੋਂ ਤੇਰੇ ਕੋਲੇ ਸੁੱਖ ਹੈ ਨਾ, ਲੋਕ ਆ ਕੇ ਤੇਰੇ ਨਾਲ ਖਲੋਣਗੇ, ਤੈਨੂੰ ਪਦਵੀਆਂ ਵੀ ਦੇਣਗੇ। ਆਹ ਸੇਵਾ ਤੁਸੀਂ ਸਾਂਭੋ ਜੀ, ਆਹ ਕੰਮ ਤੇ ਤੁਹਾਡੇ ਕਰਨ ਦਾ। ਪਰ ਜਦੋਂ ਬੰਦਾ ਕੋਈ ਗਰੀਬ ਹੋਵੇ ਫੇਰ ਨਹੀਂ ਕੋਈ ਖਲੋਂਦਾ ਨਾਲ, ਫਿਰ ਸਾਰੇ ਫਟਕਾਰਦੇ ਆ, ਫਿਰ ਕੋਈ ਉਹਨੂੰ ਸਹਾਰਾ ਦੇਣ ਵਾਲਾ ਨਹੀਂ ਹੁੰਦਾ। ਦੇਖੋ ਲੀਡਰਾਂ ਦੇ ਪਿੱਛੇ ਹੀ ਲਾਈਨਾਂ ਆਉਂਦੀਆਂ ਨਾ ਲੋਕਾਂ ਦੀਆਂ, ਧਨਵਾਨ ਵਿਅਕਤੀ ਪਿੱਛੇ ਲੈਣਾ ਹੁੰਦੀਆਂ ਨਾ,
ਜੇ ਕੋਈ ਗਰੀਬ ਤੁਰਿਆ ਜਾਂਦਾ ਹੈ, ਮਾਤੜ ਮੰਗਣ ਵਾਲਾ, ਉਹਦੇ ਨਾਲ ਤੇ ਇੰਨਾ ਕੋਈ ਹੁੰਦਾ, ਉਹਦੇ ਨਾਲ ਤੇ ਉਹ ਵਿਚਾਰਾ ਇਕੱਲਾ ਹੀ ਹੁੰਦਾ ਹੈ। ਕੋਈ ਮਨਾ ਐਵੇਂ ਇਹ ਨਾ ਸਮਝ ਲਈ ਵੀ ਲੋਕ ਮੇਰੇ ਨਾਲ ਤੁਰੇ ਫਿਰਦੇ ਆ ਤੇ ਮੇਰੇ ਕਰਕੇ ਹੈ। ਕਹਿੰਦੇ ਤੇਰੇ ਕੋਲੇ ਜੇ ਧਨ ਹੈ ਨਾ, ਉਹਦੇ ਕਰਕੇ ਹੈ। ਜੇ ਤੇਰੇ ਕੋਲੇ ਸੁੱਖ ਹੈ, ਉਹਨਾਂ ਦੇ ਕਰਕੇ ਤੇਰੇ ਨਾਲ ਲੋਕ ਜੁੜੇ ਹੈ। ਤੂੰ ਇਹ ਨਾ ਸਮਝ ਲਈ ਵੀ ਮੇਰੇ ਵਤੀਰੇ ਕਰਕੇ ਜੁੜੇ ਹੈ। ਇਹ ਤੇ ਧਨ ਦੌਲਤ ਹੈ ਤੇਰੇ ਕੋਲ, ਸੁੱਖ ਨੇ ਤੇਰੇ ਕੋਲੋਂ, ਕਿਸੇ ਦੀ ਲੋੜ ਪੂਰੀ ਹੁੰਦੀ ਹੈ, ਕਿਸੇ ਨੂੰ ਤੇਰੇ ਤੱਕ ਗਰਜ ਹੈ ਤੇ ਤਾਂ ਜੁੜੇ ਹੈ। ਹੁਣ ਦੇਖੋ, ਜੀਵਨ ਵਿਚਾਰਿਓ ਦੁਨਿਆਵੀ ਪੱਖ ਤੋਂ ਵੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਸ਼ੁਰੂ ਕਿੱਥੋਂ ਹੁੰਦਾ ਹੈ? 2 ਸਾਲ ਦੀ ਅਰਬਲਾ ਚ ਮਾਤਾ ਚੜ੍ਹਾਈ ਕਰ ਗਈ, 7 ਸਾਲ ਦੀ ਅਰਬਲਾ ਚ ਪਿਤਾ ਚੜ੍ਹਾਈ ਕਰ ਗਿਆ। ਕੋਈ ਸਹਾਰਾ ਦੇਣ ਵਾਲਾ ਨਹੀਂ ਹੈ। ਬੁੱਢੀ ਨਾਨੀ ਹੈ ਇਕੱਲੀ, ਉਹ ਤੇ ਆਪ ਕੋਈ ਸਹਾਰਾ ਲੱਭਦੀ ਹੈ ਵੀ ਮੈਨੂੰ ਕੋਈ ਸਹਾਰਾ ਮਿਲੇ। ਕਿਸੇ ਵੀ ਚਾਚੇ ਤਾਏ ਭੈਣ ਭਰਾ ਕਿਸੇ ਨੇ ਵੀ ਬਾਂਹ ਨਹੀਂ ਫੜੀ। ਤੇ ਲੋਕ ਜਿਹੜੇ ਕਹਿੰਦੇ ਸੀ ਨਾ ਯਤੀਮ ਹੋ ਗਿਆ, ਬੇਆਸਰਾ ਹੋ ਗਿਆ, ਹੁਣ ਇਹਨੂੰ ਰੋਟੀ ਕਿੱਥੋਂ ਮਿਲੇਗੀ? ਕੌਣ ਇਹਦਾ ਪਾਲਣ ਪੋਸ਼ਣ ਕਰੇਗਾ? ਕੌਣ ਸਹਾਰਾ ਦੇਗਾ? ਲੋਕ ਇੱਥੋਂ ਤੱਕ ਕਹਿੰਦੇ ਸਨ। ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਵੀ ਜ਼ਿਕਰ ਕੀਤਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਨਾ, ਤੇ ਸਤਿਗੁਰੂ ਜੀ ਨੇ ਬਾਣੀ ਉਚਾਰੀ ਹੈ, ਪਰ ਹੈ ਉਸ ਸਮੇਂ ਦੇ ਬੋਲ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਹਿੰਦੇ ਮੈਂ ਤੇ ਰੁਲਦਾ ਫਿਰਦਾ ਸੀ, ਮੇਰੀ ਤੇ ਕੋਈ ਬਾਤ ਨਹੀਂ ਸੀ ਪੁੱਛਦਾ। ਮੈਨੂੰ ਤੇ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ। ਲੋਕ ਯਤੀਮ ਕਹਿੰਦੇ ਸਨ, ਕਹਿੰਦੇ ਇਹਦਾ ਕੋਈ ਹੁਣ ਆਸਰਾ ਨਹੀਂ ਹੈ, ਇਹਨੂੰ ਰੋਟੀ ਕਿੱਥੇ ਮਿਲੇਗੀ? ਪਰ ਸਤਿਗੁਰ ਦਾ ਜੀਵਨ ਦੇਖਿਓ ਪਿਆਰਿਓ, ਸ਼ੁਰੂ ਇੱਥੋਂ ਹੁੰਦਾ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਪਰ ਮੁਕਾਮ ਕਿੱਥੇ? ਜਿਹਨੂੰ ਲੋਕ ਕਹਿੰਦੇ ਸੀ ਨੇ ਹੁਣ ਸ਼ਰਨ ਕਿੱਥੇ ਲਏਗਾ ਬੱਚਾ, ਇਹਦਾ ਕੋਈ ਸਹਾਰਾ ਨਹੀਂ, ਇਹਨੂੰ ਸ਼ਰਨ ਕੌਣ ਦੇਗਾ? ਇਹਨੂੰ ਆਸਰਾ ਕਿੱਥੇ ਮਿਲੇਗਾ? ਲੋਕ ਤੇ ਇਹ ਕਹਿੰਦੇ ਸੀ ਹੁਣ ਇਹਨੂੰ ਆਸਰਾ ਕੌਣ ਦੇਗਾ? ਪਰ ਮਕਾਮ ਪਰ ਸਤਿਗੁਰੂ ਜੀ ਦਾ ਸ਼ੁਰੂ ਇੱਥੋਂ ਗੱਲ ਹੋਈ ਸੀ। ਪਰ ਕਿੱਥੇ ਮੁਕਾਮ? ਅੱਜ ਸਾਰੇ ਪੜ੍ਹਦੇ ਐ, ਸਾਰੇ ਅਰਦਾਸ ਬੇਨਤੀ ਕਰਦੇ ਆ, ਜਿਹਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ ਨਾ, ਨਿਮਰਤਾ ਧਾਰਨ ਕੀਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਕਿਹਾ ਸੀ ਕਿ ਕਿਰਤ ਕਰੋ, ਕਿਸੇ ਦੇ ਮੁਹਤਾਜ ਨਾ ਬਣੋ, ਕਿਸੇ ਤੇ ਸਹਾਰੇ ਨਾ ਰਹੋ, ਸੈਲਫ ਕੌਨਫੀਡੈਂਸ ਆਪਣੇ ਅੰਦਰ ਭਰੋ, ਸੈਲਫ ਡਿਪੈਂਡ ਹੋ ਆਪਣੇ ਉੱਪਰ। ਉਸ ਗੱਲ ਨੂੰ ਮਨ ਵਿੱਚ ਧਾਰਿਆ ਤੇ ਨਾਨੀ ਨੇ ਘੁੰਗਣੀਆਂ ਬਣਾ ਕੇ ਦੇਣੀਆਂ, ਵੇਚਣੀਆਂ ਘੁੰਗਣੀਆਂ, ਘਰ ਦਾ ਗੁਜ਼ਾਰਾ ਚਲਾਉਣਾ, ਸਤ ਸੰਗਤ ਕਰਨੀ, ਕਿਰਤ ਕਰਨੀ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਨਾ ਕਿਰਤ ਕਰਨੀ, ਜੋ ਕਿਰਤ ਕੀਤੀ ਐ। ਏਦਾਂ ਨਹੀਂ ਸੀ ਵੀ ਗੁਰੂ ਰਾਮਦਾਸ ਜੀ ਅਮਰਦਾਸ ਜੀ ਮਹਾਰਾਜ ਦੇ ਦਰ ਤੇ ਬੈਠ ਗਏ ਤੇ ਭੋਜਨ ਛਕੇ ਗਏ। ਸਤਿਗੁਰ ਦੇ ਹੁਕਮ ਨੂੰ ਪੱਲੇ ਬੰਨਿਆ। ਜੋ ਭਗਤ ਫਰੀਦ ਜੀ ਵੀ ਕਹਿੰਦੇ ਐ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਇਹ ਵੈ ਰੱਖ ਸੀ ਜਿਉ ਸਰੀਰੋ ਲੈ, ਕਹਿੰਦੇ ਕਿਸੇ ਦਾ ਮੁਹਤਾਜ ਨਾ ਮੈਨੂੰ ਕਰੀ। ਜੇ ਕਿਸੇ ਦਾ ਮੁਹਤਾਜ ਕਰੇਗਾ ਨਾ, ਇਦੋਂ ਨਾਲੋਂ ਪਹਿਲਾਂ ਮੇਰੀ ਜਿੰਦ ਕੱਢ ਲਈ। ਕਿਸੇ ਦੇ ਸਹਾਰੇ ਰਹਿਣਾ ਬੜਾ ਮੁਸ਼ਕਲ ਹੈ।
ਜਿਹੜੇ ਨੂੰ ਲੋਕ ਕਹਿੰਦੇ ਸੀ ਇਹ ਯਤੀਮ ਹੋ ਗਿਆ, ਬੇਆਸਰਾ ਹੋ ਗਿਆ, ਇਹ ਸ਼ਰਨ ਕਿੱਥੇ ਲਏਗਾ, ਤੇ ਆ ਸਾਰੇ ਪੜ੍ਹਿਓ। ਅੱਜ ਸਾਰੇ ਅਰਦਾਸ ਬੇਨਤੀ ਕਰਦੇ ਆ। ਸਾਡੇ ਅਰਦਾਸੀਏ ਭੱਟ ਕੀਰਤ ਜੀ, ਉਹ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਕਰਦੇ ਆ। ਸਾਰੇ ਅਰਦਾਸ ਬੇਨਤੀ ਕਰਦੇ ਆ। ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮ ਬੋਲੋ ਸਾਰੇ, ਸੋ ਰਾਖੋ ਗੁਰੂ ਰਾਮਦਾਸ ਰਾਖੋ ਸਰ, ਗੁਰੂ ਰਾਮਦਾਸ ਰਾਖੋ। ਜਿਹੜੇ ਨੂੰ ਲੋਕ ਕਹਿ ਰਹੇ ਸਨ ਇਹਨੂੰ ਆਸਰਾ ਕਿੱਥੇ ਮਿਲੇਗਾ, ਇਹਨੂੰ ਸ਼ਰਨ ਕਿੱਥੇ ਮਿਲੇਗੀ, ਅੱਜ ਉਹੀ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸ਼ਰਨ ਵਿੱਚ ਦਿਓ, ਸਰਨਾਈ ਦਿਓ, ਸਾਡੇ ਆਸਰੇ ਬਣੋ, ਸਾਡਾ ਕੋਈ ਸਹਾਰਾ ਨਹੀਂ ਹੈ। ਦੇਖੋ ਨਾ ਜੀਵਨ ਦੀ ਵਿਲੱਖਣਤਾ ਪਿਆਰਿਓ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਜੀਵਨ ਹੈ ਨਾ, ਇਹ ਤੋਂ ਸਾਨੂੰ ਸੇਧ ਮਿਲਦੀ ਆ। ਓਏ ਮਨਾ, ਕਦੇ ਦੁੱਖ ਆ ਜਾਵੇ ਨਾ, ਦੁੱਖ ਐਵੇਂ ਘਬਰਾਈ ਨਾ, ਆ ਮੇਰੇ ਜੀਵਨ ਨੂੰ ਪੜ੍ਹ ਲਈ ਇੱਕ ਵਾਰ। ਮੇਰੇ ਨਾਲੋਂ ਵੱਧ ਕੇ ਤੇਰੇ ਜੀਵਨ ਵਿੱਚ ਦੁੱਖ ਨਹੀਂ ਆਉਣੇ। 2 ਸਾਲ ਦੀ ਉਮਰ ਵਿੱਚ ਮਾਂ ਚੜ੍ਹਾਈ ਕਰ ਜੇ, 7 ਸਾਲ ਦੀ ਉਮਰ ਵਿੱਚ ਪਿਤਾ ਯਤੀਮ ਹੋ ਜਾਵੇ, ਕੋਈ ਸਹਾਰਾ ਨਾ ਹੋਵੇ, ਧਨ ਵੀ ਕੋਲੇ ਨਹੀਂ ਹੈ। ਦੇਖੋ ਬੰਦਾ ਦੁਖੀ ਹੁੰਦਾ ਵੀ ਧਨ ਨਹੀਂ ਹੈ, ਧਨ ਵੀ ਨਹੀਂ ਹੈ, ਇੱਕ ਦੁੱਖ, ਘਰ-ਬਾਰ ਵੀ ਨਹੀਂ ਹੈ, ਕੋਈ ਸਹਾਰਾ ਨਹੀਂ ਹੈ, ਕੋਈ ਪੂੰਜੀ ਨਹੀਂ, ਕੋਈ ਰਾਸ ਨਹੀਂ ਕੋਲ। ਐਦੋਂ ਵੱਧ ਤੇ ਕੋਈ ਦੁੱਖ ਨਹੀਂ ਨਾ ਹੁੰਦਾ। ਹੁਣ ਜੇ ਬੰਦੇ ਦਾ ਕੋਈ ਸਹਾਰਾ ਨਾ ਹੋਵੇ ਤੇ ਧਨ ਦੌਲਤ ਹੁੰਦੀ ਹੈ, ਪਿਤਾ ਧਨ ਦੌਲਤ ਛੱਡ ਜਾਂਦਾ ਹੈ ਤੇ ਬੰਦਾ ਉਹ ਧਨ ਦੇ ਸਹਾਰੇ ਆਪਣਾ ਜੀਵਨ ਨਿਰਵਾਹ ਕਰ ਲੈਂਦਾ, ਪਰ ਕੁਝ ਵੀ ਨਹੀਂ ਹੈ। ਮਾਂ ਬਾਪ ਵੀ ਦਾ ਸਹਾਰਾ ਵੀ ਨਹੀਂ, ਧਨ ਦੌਲਤ ਵੀ ਨਹੀਂ, ਘਰ-ਬਾਰ ਵੀ ਨਹੀਂ ਹੈ। ਦੂਸਰਿਆਂ ਤੇ ਜਦੋਂ ਉਸ ਬੱਚੇ ਨੇ ਡਿਪੈਂਡ ਹੋਣਾ ਸੀ, ਦੂਜਿਆਂ ਤੇ, ਪਰ ਕਿਹਾ ਕਹਿੰਦੇ ਸਿੱਖਾ ਘਬਰਾਈ ਨਾ, ਏਦੋਂ ਬਾਅਦ ਦੁੱਖ ਨਹੀਂ ਤੇਰੀ ਜ਼ਿੰਦਗੀ ਚ ਆਉਣੇ। ਆ ਥੋੜੇ ਜਿਹੇ ਦੁੱਖ ਵਿੱਚ ਦੁਖੀ ਹੋ ਜਾਂਦੇ ਆ, ਆ ਕੇ ਚਰਨਾਂ ਚ ਢਹਿਨੇ, ਮਹਾਰਾਜ ਬੜਾ ਦੁਖੀ ਹੈ, ਮੇਰਾ ਤੇ ਜਾਨੂ ਪਿਆਰਾ ਚਲਿਆ ਗਿਆ। ਸਤਿਗੁਰੂ ਜੀ ਕਹਿੰਦੇ ਹੌਸਲਾ ਰੱਖ ਨਾ, ਮੇਰੀ ਵੀ ਤੇ ਮਾਂ ਚਲੀ ਗਈ ਸੀ 2 ਸਾਲ ਦੀ ਉਮਰ ਚ। ਇੱਕ ਮਾਂ ਬਾਪ ਨਹੀਂ, ਕੋਈ ਸਹਾਰਾ ਨਹੀਂ, ਧਨ ਦੌਲਤ ਨਹੀਂ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਸਿੱਖਾ, ਓਏ ਤੇਰੀ ਸੁਰਤ ਵਿੱਚ ਵਾਹਿਗੁਰੂ ਹੋਵੇ ਤੇ ਤੇਰੇ ਕੋਲ ਕਿਰਤ ਹੋਵੇ, ਤੇਰੇ ਅੰਦਰ ਸੇਵਾ ਦੀ ਭਾਵਨਾ ਹੋਵੇ ਤੇ ਤੂੰ ਉੱਚੀ ਪਦਵੀ ਤੇ ਪਹੁੰਚ ਸਕਦਾ ਹੈ, ਉੱਚੇ ਮਕਾਮ ਤੇ ਪਹੁੰਚ ਸਕਦਾ ਹੈ। ਅੱਜ ਦੇਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਨਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਇਓ, ਅੱਜ ਤੁਹਾਨੂੰ ਉੱਥੇ ਜਗ੍ਹਾ ਨਹੀਂ ਮਿਲੇਗੀ। ਉਸ ਧਰਤੀ ਦੇ ਲੋਕ ਜਿੰਨੇ ਵੀ ਆਸੇ ਪਾਸੇ ਦੇ ਹੋਰ ਵੀ, ਉਹ ਵੀ ਕਹਿੰਦੇ ਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਨਿਆਸਰਿਆਂ ਦੇ ਆਸਰੇ ਗੁਰੂ ਰਾਮਦਾਸ ਜੀ ਮਹਾਰਾਜ, ਜਿਹੜਾ ਕਹਿੰਦੇ ਸੀ ਨਾ ਇਹਨੂੰ ਰੋਟੀ ਕਿੱਥੇ ਮਿਲੇਗੀ, ਇਹਨੂੰ ਹੁਣ ਰੋਟੀ ਦਾ ਵਸੀਲਾ ਵਿਚਾਰੇ ਦਾ ਕਿਵੇਂ ਬਣੇਗਾ, ਇਹਨੂੰ ਸਹਾਰਾ ਕੌਣ ਦੇਗਾ। ਹੋਰ ਤੇ ਗੱਲ ਨਹੀਂ, ਅੱਜ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਗਰੀ ਵਿੱਚ ਕੋਈ ਭੁੱਖਾ ਨਹੀਂ ਸੌ ਸਕਦਾ। ਜਿਹਨੂੰ ਲੋਕ ਕਹਿੰਦੇ ਸੀ ਵੀ ਇਹਨੂੰ ਰੋਟੀ ਕਿੱਥੋਂ ਮਿਲੇਗੀ, ਤੇ ਅੱਜ ਉਸ ਸਤਿਗੁਰ ਦੇ ਦਰ ਤੇ ਪਤਾ ਹੀ ਨਹੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਲੰਗਰ ਛਕ ਰਹੀ ਹੈ।
ਹਜ਼ਾਰਾਂ ਦੀ ਤਾਦਾਦ ਵਿੱਚ ਤੇ ਇੱਕ ਵਾਰੀ ਬੈਠੇ ਹੁੰਦੇ ਆ ਨਾ। ਅੱਜ ਉਸ ਦਰ ਤੇ ਕੋਈ ਭੁੱਖਾ ਨਹੀਂ ਰਹਿੰਦਾ ਜਿਹਨੂੰ ਲੋਕ ਕਹਿੰਦੇ ਸੀ ਇਹ ਯਤੀਮ ਹੈ, ਇਹ ਬੇਸਹਾਰਾ ਹੈ। ਅੱਜ ਉਸ ਦਰ ਤੇ ਲੋਕ ਸਹਾਰਾ ਲੱਭਣ ਦੇ ਲਈ ਜਾਂਦੇ ਆ। ਜਿਹੜਾ ਆਪ ਕਿਸੇ ਸਮੇਂ ਬਹੁਤ ਦੁਖੀ ਸੀ ਨਾ, ਅੱਜ ਲੋਕ ਉਸੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਗੁਰੂ ਰਾਮਦਾਸ ਰਾਖੋ ਸਰਨਾਈ। ਗੁਰੂ ਰਾਮਦਾਸ, ਸਾਰੇ ਬੋਲੋ, ਰਾਖੋ ਸਰ। ਗੁਰੂ ਰਾਮ ਅੱਜ ਕਹਿੰਦੇ ਐ ਧੰਨ ਧੰਨ ਰਾਮਦਾਸ ਗੁਰ ਜਿਨ ਤਿਸਨਿਆ ਤਿਨੈ ਸਵਾਰਿਆ। ਅੱਜ ਜੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕੋਈ ਧੰਨ ਵੀ ਕਹਿੰਦਾ ਨਾ, ਜਿੰਨੀ ਤੁਧਨੋਂ ਧੰਨ ਕਹਿਓ ਸੇ ਫਿਰ ਜੋੜ ਨਾ ਆਇਆ। ਕਹਿੰਦੇ ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਅੱਜ ਜੇ ਕੋਈ ਸਤਿਗੁਰ ਨੂੰ ਧੰਨ ਕਹਿੰਦਾ, ਉਹੀ ਸਤਿਗੁਰੂ ਹੈ ਨਾ। ਪਰ ਸਤਿਗੁਰੂ ਜੀ ਨੇ ਸਿਖਾਇਆ, ਸਿੱਖਾ ਓਏ ਦੁੱਖ ਵਿੱਚ ਘਬਰਾਈ ਨਾ, ਮੇਰਾ ਜੀਵਨ ਪੜ੍ਹ ਲਈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਜੇ ਇੱਥੋਂ ਸ਼ੁਰੂਆਤ ਹੋਈ ਹੈ ਨਾ ਜੀਵਨ ਦੀ, ਮੇਰਾ ਜੀਵਨ ਪੜ੍ਹ ਲਿਓ। ਤੇ ਮੁਕਾਮ ਕਿੱਥੇ ਹੈ? ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇੱਕ ਹੋਰ ਗੱਲ ਨੋਟ ਕਰਿਓ ਪਿਆਰਿਓ, ਅੱਜ ਲੋਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਬਾਹਰੋਂ ਵੀ ਸੈਲਾਨੀ ਆਉਂਦੇ ਹੈ, ਸ਼ਾਂਤੀ ਮਿਲਦੀ ਹੈ। ਕਿਉਂ? ਕਿਉਂਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਆਪ ਦੁੱਖ ਹੰਢਾਏ। ਹੁਣ ਜਿਹਨੇ ਕੋਈ ਦੁੱਖ ਹੰਢਾਇਆ ਉਹੀ ਜਾਣਦਾ ਨਾ ਵੀ ਦੁੱਖ ਕੀ ਹੁੰਦਾ। ਜਿਹਦਾ ਘਰ ਨਹੀਂ ਹੈ ਉਹਨੂੰ ਹੀ ਪਤਾ ਨਾ ਵੀ ਜਿਹਦਾ ਘਰ ਨਹੀਂ ਹੁੰਦਾ ਉਹ ਕਿੰਨਾ ਦੁਖੀ ਹੁੰਦਾ ਹੈ। ਜਿਹਨੂੰ ਕਦੇ ਜ਼ਿੰਦਗੀ ਵਿੱਚ ਸਹਾਰਾ ਨਹੀਂ ਮਿਲਿਆ ਉਸੇ ਨੂੰ ਪਤਾ ਹੁੰਦਾ ਨਾ ਵੀ ਮਨਾਂ ਜੇ ਸਹਾਰਾ ਨਾ ਮਿਲੇ ਤੇ ਕੀ ਜੀਵਨ ਹੈ, ਮਾਂ ਬਾਪ ਤੋਂ ਬਿਨਾਂ ਕੀ ਜੀਵਨ ਹੈ। ਉਹੀ ਦੁੱਖ ਦੀ ਪੀੜਾ ਨੂੰ ਜਾਣਦਾ, ਜਿਸ ਤਨ ਲਾਗੈ ਸੂ ਤਨ ਜਾਣੈ। ਹੁਣ ਜਿਹਨੂੰ ਰੋਟੀ ਰੋਜ਼ ਮਿਲ ਜਾਂਦੀ ਹੈ ਖਾਣ ਨੂੰ, ਉਹਨੂੰ ਕੀ ਪਤਾ ਵੀ ਭੁੱਖ ਕੀ ਹੁੰਦੀ ਹੈ। ਜਿਹਨੇ ਮਾਂ-ਬਾਪ ਨੂੰ ਕਹਿ ਦਿੰਦਾ ਬਾਪੂ ਦੇ ਪੈਸੇ, ਉਹਨੂੰ ਕੀ ਪਤਾ ਪੈਸੇ ਦੀ ਕਦਰ ਕੀ ਹੁੰਦੀ ਹੈ। ਹੁਣ ਉਹ ਬੱਚਾ ਸਕੂਲੇ ਪੜ੍ਹਨ ਜਾਏਗਾ ਜਿਹਦੇ ਮਾਂ-ਬਾਪ ਪੈਸਾ ਲੁਟਾ ਦਿੰਦੇ ਆ, ਉਹ ਤੇ ਇੱਕ ਤੇ ਥਾਂ ਫੀਸ ਭਰ ਕੇ ਗਏ ਜਾਂਦੇ, ਮੇਰਾ ਤੇ ਇੱਥੇ ਜੀ ਨਹੀਂ ਲੱਗਦਾ, ਮੈਂ ਨਹੀਂ ਇੱਥੇ ਪੜ੍ਹਨਾ, ਮੈਂ ਨਹੀਂ ਆਹ ਕੰਮ ਕਰਨਾ। ਕਿਉਂ? ਕਿਉਂਕਿ ਜਿਹਨੇ ਕਦੇ ਪੈਸੇ ਦੀ ਥੋੜੀ ਨਹੀਂ ਦੇਖੀ ਉਹਨੂੰ ਕੀ ਪਤਾ ਵੀ ਕੀ ਹੁੰਦਾ। ਅੱਜ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਅਰਦਾਸ ਬੇਨਤੀ ਕਰਦੇ ਆ ਨਾ ਕੋਈ ਦੁਖੀ, ਤੇ ਸਤਿਗੁਰ ਜੀ ਘੁੱਟ ਕੇ ਅੱਜ ਵੀ ਸੀਨੇ ਨਾਲ ਲਾ ਲੈਂਦੇ ਐ, ਆ ਪਿਆਰਿਆ ਜੇ ਤੈਨੂੰ ਸਹਾਰਾ ਨਹੀਂ ਮਿਲਿਆ ਨਾ, ਸਹਾਰਾ ਤੈਨੂੰ ਮੈਂ ਦਿਆਂਗਾ। ਅੱਜ ਕੋਈ ਵੀ ਬੰਦਾ ਦੁਖੀ ਹੋ ਕੇ ਜਾਵੇ ਨਾ ਤੇ ਦੁੱਖਾਂ ਨੂੰ ਸੁਣਦੇ ਨੇ ਸਤਿਗੁਰ ਜੀ, ਅਰਦਾਸ ਬੇਨਤੀ ਸੁਣਦੇ ਆ, ਕਿਉਂਕਿ ਆਪਣੇ ਜੀਵਨ ਵਿੱਚ ਦੁੱਖ ਹੰਢਾਏ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਆਪਾਂ ਪੜ੍ਹੀਏ। ਇੱਕ ਸੋਮਨ ਨਾਂ ਦਾ ਕੋਈ ਗੁਰਮੁਖ ਜਨ ਕਾਬਲ ਦੀ ਧਰਤੀ ਤੋਂ ਬੜਾ ਲਾਚਾਰ ਹੋ ਗਿਆ, ਜੀਵਨ ਵਿੱਚ ਬੜੀ ਨਿਰਾਸ਼ਤਾ ਆ ਗਈ। ਇੱਥੋਂ ਤੱਕ ਦੀ ਨੌਬਤ ਆ ਗਈ, ਕਹਿੰਦੇ ਮਰਨ ਦੇ ਲਈ ਚੱਲਿਆ ਵੀ ਮੈਂ ਮਰਨਾ ਹੈ, ਮੈਂ ਨਹੀਂ ਜੀਵਨ ਜਿਉ ਸਕਦਾ। ਮਿਲੇ ਸਤਿਗੁਰ ਜੀ ਦੇ ਦਰ ਘਰ ਦੇ ਪ੍ਰੇਮੀ ਸਿੱਖ, ਕਿੱਥੇ ਚੱਲੇ ਆ ਭਾਈ? ਕਹਿੰਦਾ ਜੀ ਜੀਵਨ ਤੋਂ ਬੜਾ ਨਿਰਾਸ਼ ਹੋ ਗਏ, ਕੋਈ ਸਹਾਰਾ ਨਹੀਂ, ਮਰਨ ਚੱਲਿਆ। ਉਹ ਕਹਿੰਦੀ ਮਰਨਾ ਕਿਉਂ ਜੀਵਨ ਬਰਬਾਦ ਕਰਦਾ ਹੈ? ਉਹ ਕਹਿੰਦਾ ਮੈਂ ਕਿੰਨਾ ਕੁ ਲੋਕਾਂ ਦੇ ਸਹਾਰੇ ਤੇ ਬੈਠਾਂਗਾ, ਹੁਣ ਮੇਰੇ ਕੋਲੇ ਕੁਝ ਨਹੀਂ ਹੈ, ਨਾ ਕੋਈ ਧਨ ਦੌਲਤ,
ਕੋਈ ਆਸਰਾ ਨਹੀਂ ਹੁਣ ਮੈਂ ਕਰਾਂ ਕਿ। ਉਹ ਕਹਿੰਦੇ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਜਾ। ਪਹੁੰਚਿਆ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ। ਸਤਿਗੁਰ ਜੀ ਦੇ ਜੀਵਨ ਬਾਰੇ ਜਦੋਂ ਸੁਣਿਆ ਨਾ ਕਿ ਏਦਾਂ ਏਦਾਂ ਸਤਿਗੁਰ ਜੀ ਦਾ ਜੀਵਨ ਸੀ, ਤੇ ਸਤਿਗੁਰ ਜੀ ਨੇ ਜਿਹੜੀ ਕਿਰਤ ਕਰੀ ਸੀ ਨਾ, ਉਹੀ ਕਿਰਤ ਕਰਨ ਲੱਗਿਆ, ਘੁੰਗਣੀਆਂ ਵੇਚਣ ਲੱਗਿਆ। ਸਤਿਗੁਰ ਜੀ ਦੇ ਦਰ ਤੇ ਘੁੰਗਣੀਆਂ ਵੇਚ ਰਿਹਾ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਰੋਜ਼ ਆ ਕੇ ਵੇਖਦੇ। ਸਤਿਗੁਰ ਜੀ ਨੂੰ ਆਪਣਾ ਉਹ ਸਮਾਂ ਯਾਦ ਆ ਜਾਂਦਾ ਹੈ। ਦੇਖਦੇ ਐ, ਕਹਿੰਦੇ ਸਤਸੰਗ ਵੀ ਕਰਦਾ ਹੈ, ਕਿਰਤ ਵੀ ਕਰਦਾ ਹੈ, ਦੋ ਗੱਲਾਂ ਵਿੱਚ ਤੇ ਪੂਰਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨਾ ਇੱਕ ਦਿਨ ਚਲੇ ਗਏ। ਕਹਿੰਦੇ ਦੇਖ ਲਈਏ ਕਿਤੇ ਲਾਲਚ ਦੇ ਲਈ ਤੇ ਨਹੀਂ ਨਾ ਕਿਰਤ ਕਰਦਾ। ਜੀਵਨ ਕੈਸਾ ਇਹਦਾ। ਕਿਉਂਕਿ ਗੱਲ ਇਹ ਹੈ ਵੀ ਬੰਦਿਆਂ ਦਾ ਜੀਵਨ ਐਸਾ ਹੁੰਦਾ ਵੀ ਗੁਰੂ ਘਰ ਆ ਕੇ ਤੇ ਬੜਾ ਬੰਦਾ ਸੱਚਾ ਬਣਦਾ। ਮੇਰੇ ਵਰਗਾ ਕੋਈ ਨਹੀਂ ਹੈ। ਇੱਥੇ ਤੇ ਏਦਾਂ ਬੈਠਾ ਹੁੰਦਾ ਜਿਵੇਂ ਗੁਰਮੁਖ ਹੈ, ਇਹਦੇ ਵਰਗਾ ਕੋਈ ਨਹੀਂ ਹੈ। ਬੜੀਆਂ ਅਰਦਾਸਾਂ ਬੇਨਤੀਆਂ ਕਰਦਾ ਹੈ, ਮਾਲਕਾ ਮੇਰੇ ਤੇ ਆਹ ਕਿਰਪਾ ਕਰ ਦੇ, ਮੇਰੇ ਤੇ ਆਹ ਕਰ ਦੇ। ਬਾਹਰ ਦਾ ਜੀਵਨ ਵਿਚਾਰੀ ਨਾ, ਉਹ ਕਿਸੇ ਮਜ਼ਦੂਰ ਦੀ ਮਜ਼ਦੂਰੀ ਵੀ ਨਹੀਂ ਦਿੰਦਾ, ਲੋਕਾਂ ਦਾ ਹੱਕ ਵੀ ਖਾ ਰਿਹਾ ਹੁੰਦਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰਸ ਗਾਏ। ਗੁਰੂ ਘਰ ਦੇ ਵਿੱਚ ਜਿਹੜਾ ਸਮਝਦਾ ਨਾ ਵੀ ਇੱਥੇ ਹੀ ਰੱਬ ਹੈ, ਮੈਂ ਇੱਥੇ ਭਾਂਡੇ ਮਾਂਜਾਂਗਾ, ਇੱਥੇ ਜੋੜੇ ਝਾੜਾਂਗਾ ਤੇ ਸ਼ਾਇਦ ਮੈਂ ਗੁਰੂ ਦੇ ਨੇੜੇ ਹੋ ਜਾਵਾਂਗਾ, ਨਹੀਂ। ਉਹ ਗੱਲ ਤੇਰੇ ਬਾਹਰੀ ਜੀਵਨ ਵਿੱਚ ਵੀ ਹੋਣੀ ਚਾਹੀਦੀ ਹੈ। ਜਿਵੇਂ ਉਹ ਕਹਿੰਦੇ ਹੁੰਦੇ ਨਾ, ਕੋਈ ਕਹਿੰਦੇ ਗਿਆ ਰਿਕਸ਼ੇ ਵਾਲਾ ਮੱਥਾ ਟੇਕਣ ਦੇ ਲਈ, ਜਦੋਂ ਗਿਆ ਇੱਕ ਜਾ ਕੇ ਬੜਾ ਬਹੁਤ ਕੋਈ ਧਨਾੜ ਬੰਦਾ ਭੱਜ ਕੇ ਗਿਆ, ਕਹਿੰਦਾ ਜੀ ਜੋੜੇ ਦਿਓ ਜੀ, ਤੁਹਾਡੇ ਜੋੜੇ ਫੜੇ, ਸਾਫ਼ ਕਰਕੇ ਪਾਲਸ ਕਰਕੇ ਰੱਖੇ। ਉਹ ਜਦੋਂ ਆਇਆ ਨਾ ਮੱਥਾ ਟੇਕ ਕੇ, ਤੇ ਆ ਕੇ ਦੇਖਿਆ ਆਪਣੇ ਜੁੱਤੇ ਲੈ ਪਾਲਸ ਕੀਤੇ ਹੋਏ। ਕਹਿੰਦਾ ਵੀ ਬੜਾ ਯਾਰ, ਐਡਾ ਵੱਡਾ ਸੇਵਕ, ਐਡਾ ਵੱਡਾ ਸੇਵਾਦਾਰ, ਮੇਰੇ ਗਰੀਬ ਦੇ ਜੁੱਤੇ ਸਾਫ਼ ਕੀਤੇ। ਤੇ ਬਾਹਰ ਕੀ ਹੋਇਆ ਨਾ, ਕੁਝ ਕੁ ਦਿਨਾਂ ਬਾਅਦ ਉਹਦਾ ਰਿਕਸ਼ਾ ਥੋੜਾ ਜਿਹਾ ਗੱਡੀ ਦੇ ਨਾਲ ਲੱਗ ਗਿਆ। ਉਤਰ ਕੇ ਪੰਜ ਚਪੇੜ ਮਾਰੇ। ਉਹ ਤੈਨੂੰ ਦੀਂਦਾ ਨਹੀਂ, ਤੂੰ ਅੰਨਾ, ਆਹ ਕਰਤਾ ਆਹ ਕਰਤਾ। ਹੁਣ ਉਹ ਬੰਦਾ ਵੇਖ ਰਿਹਾ ਸੀ ਵੀ ਆ ਉਹੀ ਬੰਦਾ ਹੈ, ਗੁਰੂ ਘਰ ਵਿੱਚ ਤੇ ਮੇਰੇ ਜੋੜੇ ਸਾਫ਼ ਕਰ ਰਿਹਾ ਸੀ। ਬਾਹਰ ਮਾੜਾ ਜਿਹਾ ਰਿਕਸ਼ਾ ਦਾ ਟਾਇਰ ਕੀ ਲੱਗ ਗਿਆ, ਮਿੱਟੀ ਕੀ ਲੱਗ ਗਈ, ਗੱਡੀ ਨੂੰ ਕੁੱਟ ਰਿਹਾ। ਇਹ ਨਹੀਂ ਜਿਹੜਾ ਜੀਵਨ ਇੱਥੇ ਹੈ ਉਹ ਬਾਹਰ ਵੀ ਹੋਣਾ ਚਾਹੀਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਰਖਣ ਦੇ ਲਈ ਗਏ ਵੀ ਇੱਥੇ ਹੀ ਹੈ ਨਾ ਕਿਤੇ, ਵੀ ਸਤਸੰਗ ਦੇ ਵਿੱਚ ਆਉਂਦਾ, ਕਿਰਤ ਕਰਦਾ, ਕਿਤੇ ਲਾਲਚੀ ਨਾ ਹੋਵੇ, ਕਿਤੇ ਐਵੇਂ ਹੀ ਨਾ ਢੋਂਗ ਨਾ ਧਾਰਿਆ ਹੋਵੇ। ਕਿਉਂਕਿ ਪਰਖ ਹੁੰਦੀ ਹੈ, ਪਰਖ ਬਿਨਾਂ ਕੋਈ ਗੱਲ ਨਹੀਂ ਬਣਦੀ। ਇਮਤਿਹਾਨ ਵਿੱਚੋਂ ਜਿਹੜੇ ਪਾਸ ਹੁੰਦੇ ਆ ਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪ੍ਰੀਖਿਆ ਲਈ ਲਹਿਣੇ ਤੋਂ ਅੰਗਦ ਏਦਾਂ ਨਹੀਂ ਬਣਾਤਾ, ਬੜੀਆਂ ਪ੍ਰੀਖਿਆ ਹੋਈਆਂ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਏਦਾਂ ਹੀ ਨਹੀਂ ਗੁਰੂ ਬਣਾਤਾ। 12 ਸਾਲ ਗਾਗਰ ਢੋਈ ਹੈ, ਬੁੱਢਾ ਹੁੰਦਾ ਸੀ, ਦੇਖੋ 60 ਸਾਲ ਦੀ ਉਮਰ ਤੋਂ ਬਾਅਦ ਗਿਆ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਗਾਗਰ ਨਹੀਂ ਚੁੱਕੀ ਜਾਂਦੀ ਸੀ। ਉਦਾਂ ਹੀ ਨਾ ਫਿਰ ਕਹਿੰਦੇ ਵੀ ਕਿਵੇਂ ਚੁੱਕਿਆ ਕਰਾਂ, ਤੇ ਉਦਾਂ ਹੀ ਕਹਿੰਦੇ ਨਾ ਸਮੇਤ ਕੱਪੜੇ ਤੇ ਪਾਣੀ ਵਿੱਚ ਵੜ ਜਾ ਕਰੇ, ਉਦਾਂ ਹੀ ਗਾਗਰ ਭਰੀ ਉਦਾਂ ਹੀ ਚੁੱਕ ਲਿਆ ਕਰੇ। ਐਵੇਂ ਨਹੀਂ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਬਣੀ। ਗਾਗਰ ਢੋਈ 12 ਸਾਲ, ਤਾਨੇ ਮਿਹਣੇ ਵੀ ਜਰਨੇ ਪਏ ਐ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਏਦਾਂ ਹੀ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇਤੀ। ਬੜੀਆਂ ਪਰਖਾਂ ਹੋਈਆਂ,
ਇਤਿਹਾਸ ਆਪ ਜੀ ਨੇ ਸੁਣਿਆ, ਥੜੇ ਬਣਾਏ। ਤੇ ਜਿਹੜਾ ਰਾਮਾ ਸੀ ਨਾ, ਜਿਹਨੂੰ ਬੀਬੀ ਦਾਨੀ ਵਿਆਹੀ ਸੀ, ਵੱਡਾ ਸਤਿਗੁਰ ਦਾ ਜਵਾਈ ਸੀ, ਉਹ ਤੇ ਤੀਜੇ ਦਿਨ ਹੀ ਸਿੱਟ ਗਿਆ ਸੀਗਾ ਤੇਸੀ ਕਰੰਡੀ। ਬਟਲ ਕਹਿੰਦਾ ਮੈਥੋਂ ਨਹੀਂ ਬਣਦਾ, ਤੁਸੀਂ ਤੇ ਰੋਜ਼ ਥੜਾ ਢਵਾ ਦਿੰਦੇ ਹੋ, ਤੁਸੀਂ ਤੇ 90 ਸਾਲਾਂ ਦੀ ਤੁਹਾਡੀ ਆਰਬਲਾ ਹੋ ਗਈ ਹੈ, ਬਜ਼ੁਰਗ ਹੋ ਗਏ ਹੋ, ਤੁਹਾਡਾ ਤੇ ਦਿਮਾਗ ਟਿਕਾਣੇ ਨਹੀਂ, ਮੈਂ ਸਹੀ ਬਣਾਉਣਾ ਥੜਾ, ਮੈਂ ਨਹੀਂ ਗਲਤ। ਤੇ ਗੁਰੂ ਰਾਮਦਾਸ ਜੀ ਮਹਾਰਾਜ 7 ਦਿਨ ਬਣਾਈ ਗਏ, 7ਵੇਂ ਦਿਨ ਵੀ ਆਏ ਢਾ ਦੇ, ਕਹਿੰਦੇ ਭਾਈ ਸਹੀ ਨਹੀਂ ਬਣਿਆ। ਗੁਰੂ ਰਾਮਦਾਸ ਜੀ ਮਹਾਰਾਜ ਨੇ ਹੱਥ ਜੋੜੇ ਸੀ, ਸਤਿਗੁਰੂ ਤੁਸੀਂ ਬੜੇ ਦਿਆਲੂ ਹੋ, ਮੈਂ ਬੜਾ ਅਣਭੋਲ ਹੈ, ਤੁਸੀਂ ਬਖਸ਼ਣ ਵਾਲੇ ਹੋ, ਮੈਨੂੰ ਰੋਜ਼ ਸਮਝਾਉਂਦੇ ਹੋ, ਮੈਂ ਭੁੱਲ ਜਾਂਦਾ। ਸਤਿਗੁਰੂ ਜੀ ਮੇਰੇ ਵਿੱਚ ਸਮਰੱਥਾ ਨਹੀਂ ਹੈ ਕਿ ਮੈਂ ਜਿੱਦਾਂ ਦਾ ਥੜਾ ਤੁਸੀਂ ਚਾਹੁੰਦੇ ਉਦਾਂ ਦਾ ਬਣਾ ਸਕਾਂ, ਮੈਂ ਅਣਭੋਲ ਹੈ, ਮੈਂ ਨਾ ਸਮਝ ਹੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਸੀ, ਕਹਿੰਦੇ ਭਾਈ ਜਿੱਠਿਆ, ਉਹ ਜਿਹੜੇ ਥੜੇ ਤੇ ਅਸੀਂ ਬੈਠਣਾ ਉਹ ਥੜਾ ਤੇਰੇ ਅੰਦਰ ਤਿਆਰ ਹੋ ਗਿਆ। ਏਦਾਂ ਹੀ ਨਹੀਂ ਸੀ ਵੀ ਗੁਰਤਾ ਗੱਦੀ ਦੇਤੀ ਵੀ ਗਿਆ ਬਸ, ਵੀ ਸੇਵਾ ਦੇਖ ਕੇ ਫਿਰ ਪਰਖਾਂ ਵੀ ਹੁੰਦੀਆਂ। ਗੁਰੂ ਰਾਮਦਾਸ ਜੀ ਮਹਾਰਾਜ ਗਏ, ਕਹਿੰਦੇ ਭਾਈ ਸੋਮਨ, ਸੋਮਾ ਵੀ ਨਾ ਆਇਆ ਇਤਿਹਾਸ ਵਿੱਚ, ਕਹਿੰਦੇ ਕੀ ਵੱਟਿਆ, ਸਾਰੀ ਵੱਟ ਤਾਂ ਦੇਤੀ, ਕਹਿੰਦੇ ਜੀ ਇੰਨੇ ਰੁਪਏ ਵੱਟੇ। ਸਤਿਗੁਰ ਜੀ ਲੈ ਕੇ ਆ ਗਏ। ਦੂਜੇ ਦਿਨ ਫੇਰ ਗਏ, ਕਹਿੰਦੇ ਭਾਈ ਸੋਮਨ ਕੀ ਵੱਟ ਧੋਈਏ, ਸਾਰੀ ਵੱਟ ਤਾਂ ਦੇਤੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਸਾਰੀ ਵੱਟ ਦੇਤੀ। ਇਹ ਨਹੀਂ ਸੋਚਿਆ ਵੀ ਮੇਰਾ ਘਰ ਕਿਵੇਂ ਚੱਲੇਗਾ, ਮੈਂ ਤੇ ਆ ਕਮਾਉਣਾ ਤੇ ਹੀ ਖਾਣਾ। ਤੀਜੇ ਦਿਨ ਗਏ ਨਾ ਗੁਰੂ ਰਾਮਦਾਸ ਜੀ ਮਹਾਰਾਜ, ਤੇ ਭੱਜ ਕੇ ਆ ਗਿਆ ਕੋਲੇ, ਕਹਿੰਦਾ ਜੀ ਆਹ ਵੱਟੇ ਐ। ਸ਼ਾਮ ਜੀ ਨੂੰ ਗਏ ਸਤਿਗੁਰੂ ਜੀ, ਕਹਿੰਦੇ ਸੋਮਿਆ ਓਏ ਅੱਜ ਮੈਂ ਲੈਣ ਨਹੀਂ ਤੈਨੂੰ ਕੁਝ ਦੇਣ ਆਇਆ, ਅੱਜ ਮੈਂ ਲੈਣ ਨਹੀਂ ਆਇਆ, ਅੱਜ ਮੈਂ ਤੈਨੂੰ ਦੇਣ ਆਇਆ। ਸੋਮਿਆ ਸ਼ਾਹ, ਓਏ ਸ਼ਾਹ, ਜਦੋਂ ਸ਼ਾਹ ਕਿਹਾ ਨਾ, ਉਹ ਕਹਿੰਦਾ ਸਤਿਗੁਰੂ ਜੀ ਸ਼ਾਹ ਨਹੀਂ, ਮੈਂ ਤੇ ਕੰਗਾਲ ਹਾਂ। ਕਹਿੰਦੇ ਨਹੀਂ ਸੋਮਾ ਸ਼ਾਹ। ਦੂਜਾ ਵਚਨ ਕਿਹਾ, ਨਹੀਂ ਸਤਿਗੁਰੂ ਜੀ ਮੈਂ ਤੇ ਇੱਕ ਕੰਗਾਲ ਹਾਂ, ਗਰੀਬ ਹਾਂ, ਮੈਂ ਸ਼ਾਹ ਕਿੱਥੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਸੋਮਾ ਸ਼ਾਹ ਬੇਪਰਵਾਹ, ਗੁਰੂ ਦਾ ਸ਼ਾਹ, ਓਏ ਤੂੰ ਤੇ ਸ਼ਾਹਾਂ ਦਾ ਸ਼ਾਹ ਹੈ, ਤੇਰੇ ਵਰਗਾ ਕੋਈ ਰਾਜਾ ਨਹੀਂ, ਕੋਈ ਰਾਜੇ ਨੂੰ ਰਾਜਾ ਨਹੀਂ ਕਹਿ ਸਕਦਾ। ਰਾਜਾ ਕੌਣ ਹੁੰਦਾ, ਜਿਹੜਾ ਮਨ ਦਾ ਰੱਜਿਆ ਹੋਵੇ। ਹੁਣ ਇੱਕ ਬੰਦਾ ਅਮੀਰ ਬੜਾ ਹੁੰਦਾ ਪਰ ਗਰੀਬ ਦੇ ਪੈਸੇ ਖਾ ਰਿਹਾ ਹੁੰਦਾ, ਇੱਕ ਦਿਹਾੜੀਦਾਰ ਨੂੰ ਦਿਹਾੜੀ ਨਹੀਂ ਦੇ ਸਕਦਾ ਪੂਰੀ, ਉਹ ਅਮੀਰ ਹੈ। ਉਹ ਤੇ ਕਹਿੰਦਾ ਮੈਂ ਇਹਦੇ ਵੀ 2 ਰੁਪਏ ਖਾ ਲਾਂ, ਉਹਨੂੰ ਆਪਾਂ ਰੱਜਿਆ ਕਿਵੇਂ ਕਹਿ ਦਿਆਂਗੇ। ਤੇ ਰੱਜਿਆ ਤੇ ਉਹੀ ਹੈ ਨਾ, ਕਹਿੰਦੇ ਸਾਰੀ ਕਮਾਈ ਦੇਤੀ। ਤੀਸਰੇ ਦਿਨ ਵੀ ਕਹਿੰਦਾ ਲਓ ਜੀ ਸਾਰੀ ਵੱਟ, ਤਾਂ ਕਹਿੰਦੇ ਨਹੀਂ ਤੂੰ ਸੋਮਾ ਸ਼ਾਹ ਹੈ, ਤੂੰ ਬੇਪਰਵਾਹ ਹੈ, ਸ਼ਾਹਾਂ ਦਾ ਸ਼ਾਹ, ਗੁਰੂ ਦਾ ਸ਼ਾਹ ਹੈ ਤੂੰ। ਤੇ ਐਸੀ ਬਰਕਤ ਹੋਈ, ਕਹਿੰਦੇ ਫਿਰ ਸੋਮਾ ਸ਼ਾਹ ਬਣਿਆ, ਬੜਾ ਅਮੀਰ ਬਣਿਆ, ਧਨਾੜ ਬਣਿਆ। ਸਤਿਗੁਰੂ ਜੀ ਨੇ ਗੁਰੂ ਘਰ ਦਾ ਪ੍ਰਚਾਰਕ ਥਾਪਿਆ। ਅੱਜ ਵੀ ਸੋਮੇ ਸ਼ਾਹ ਦੀ ਜਿਹੜੇ ਖਾਨਦਾਨ ਵਿੱਚੋਂ ਹੈ ਨਾ, ਉਹਨਾਂ ਦੇ ਨਾਂ ਨਾਲ ਸ਼ਾਹ ਲੱਗਦਾ ਅੱਜ ਵੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ, ਆਪ ਜੀ ਪਹੁੰਚੇ ਹੋ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਹੀ ਸਮਾਪਤੀ ਵੱਲ ਜਾਵਾਂ, ਸਮਾਂ ਬਹੁਤ ਹੋ ਗਿਆ ਹੈ। ਦੇਖੋ ਪਿਆਰਿਓ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਆਪਾਂ ਵਿਚਾਰੀਏ। ਸ਼ੁਰੂ ਹੋਇਆ ਸੀ, ਮਾਂ-ਬਾਪ ਦਾ ਸਾਇਆ ਉੱਠ ਗਿਆ 7 ਸਾਲ ਦੀ ਉਮਰ ਵਿੱਚ, ਨਾਨੀ ਬੁੱਢੀ ਹੈ, ਘੁੰਗਣੀਆਂ ਵੇਚਣੀਆਂ, ਉਹਦੇ ਨਾਲ ਘਰ ਦਾ ਗੁਜ਼ਾਰਾ ਚਲਾਉਣਾ, ਫਿਰ ਸਤ ਸੰਗਤ ਕਰਨੀ, ਜਾ ਕੇ ਗੁਰੂ ਘਰ ਜਾਣਾ, ਥੱਪੜ ਝਾੜਨੇ,
ਸੰਗਤ ਤੋਂ ਪਹਿਲਾਂ ਜਾਣਾ, ਤਿਆਰੀ ਕਰਨੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਦੀ, ਸੰਗਤ ਚਲੀ ਜਾਣੀ, ਬਾਅਦ ਦੇ ਵਿੱਚ ਤੱਪੜ ਦਰੀਆਂ ਝਾੜ ਕੇ ਭਾਂਡੇ ਮਾਂਜ ਕੇ ਸਾਰੀ ਸੇਵਾ ਕਰਕੇ ਫਿਰ ਸ਼ਾਮ ਨੂੰ ਆਪਣੀ ਕਿਰਤ ਕਰਨੀ। ਆ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ। ਤੇ ਸਤਿਗੁਰੂ ਜੀ ਨੇ ਕਿਹਾ, ਮੇਰੇ ਜੀਵਨ ਤੋਂ ਸਿੱਖਾ ਸੇਧ ਲੈ। ਤੇਰੀ ਜ਼ਿੰਦਗੀ ਵਿੱਚ ਇੱਕ ਦੁੱਖ ਆ ਸਕਦਾ ਹੈ, ਧਨ ਨਹੀਂ ਤੇਰੇ ਕੋਲੇ ਹੋਣਾ ਪਰ ਮਕਾਨ ਤੇ ਹੋਏਗਾ ਨਾ। ਤੇਰੇ ਮਾਂ-ਬਾਪ ਚਲੇ ਗਏ, ਧਨ ਹੋਏਗਾ। ਮਾਂ-ਬਾਪ ਦਾ ਵੀ ਸਹਾਰਾ ਨਹੀਂ ਹੈ, ਧਨ ਦੌਲਤ ਵੀ ਨਹੀਂ, ਜ਼ਮੀਨ ਜਾਇਦਾਦ ਵੀ ਕੋਈ ਨਹੀਂ ਹੈ, ਘਰ-ਬਾਰ ਵੀ ਨਹੀਂ ਹੈ, ਕੋਈ ਸਹਾਰਾ ਦੇਣ ਵਾਲਾ ਵੀ ਨਹੀਂ। ਕਿਹਾ ਸਿੱਖਾ, ਜੇ ਕੋਈ ਵੀ ਤੈਨੂੰ ਸਹਾਰਾ ਦੇਣ ਵਾਲਾ ਨਹੀਂ ਨਾ, ਤੇ ਗੁਰੂ ਦੇ ਦਰ ਤੇ ਆ, ਸੇਵਾ ਕਰ, ਸਿਮਰਨ ਕਰ, ਜੋ ਗੁਰੂ ਕਹਿੰਦਾ ਉਹ ਹੁਕਮ ਨੂੰ ਮੰਨ। ਤੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਇੱਥੋਂ ਆ ਹਾਲਤ ਹੈ ਨਾ ਜੇ ਤੇਰੀ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਗ ਕੇ ਭੱਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਥਤੀ। ਬਾਓ ਜੇ ਸੇਵਾ ਸਿਮਰਨ ਕਰੇਗਾ ਤੇ ਇਸ ਪਦਵੀ ਤੇ ਪਹੁੰਚ ਜਾਏਗਾ ਤੂੰ ਵੀ। ਜੇ ਇੱਕ ਟੀਚਰ ਪੜਾਉਂਦਾ ਹੈ, ਆਪਣੇ ਸਟੂਡੈਂਟਾਂ ਨੂੰ ਪੜ੍ਹਾ ਰਹੇ ਹੈ, ਟੀਚਰ ਦੀ ਸਿੱਖਿਆ ਲੈ ਕੇ ਉਦਾਂ ਹੀ ਪੜ੍ਹ ਰਹੇ ਹੈ, ਉਹ ਵੀ ਟੀਚਰ ਬਣ ਸਕਦੇ। ਇਹ ਨਹੀਂ ਵੀ ਬਣ ਨਹੀਂ ਸਕਦੇ। ਇਹ ਥੋੜੀ ਹੁਣ ਟੀਚਰ ਪੜਾਉਣ ਵਾਲਾ ਹੀ ਵੀ ਟੀਚਰ ਹੈ ਇਕੱਲਾ, ਹੋਰ ਨਹੀਂ ਕੋਈ। ਸਤਿਗੁਰੂ ਜੀ ਕਹਿੰਦੇ, ਜੇ ਸੱਚੀ ਸੋਚੇ ਕਿਰਤ ਕਰੇਗਾ ਨਾ, ਕਿ ਗੁਰੂ ਦੀ ਸੇਵਾ ਵਿੱਚੋਂ ਸਭ ਕੁਝ ਮਿਲੇਗਾ। ਨਿਰਧਨੰ ਭਯੰ ਧਨਵੰਤ ਹੈ। ਕਹਿੰਦੇ ਗੁਰੂ ਦੀ ਸੇਵਾ ਕਰ ਮਨ ਬਿਰਤੀਆਂ ਲਾ ਕੇ। ਜੇ ਨਿਰਧਨ ਹੈ ਨਾ, ਧਨਵਾਨ ਬਣ ਜਾਏਗਾ। ਨਿਰਧਨ ਭਯੰ ਧਨਵੰਤ ਹੈ। ਰੋਗੀਆਂ ਰੋਗ ਖੰਡਨ ਹੈ। ਜੇ ਰੋਗੀ ਹੈ ਤੇਰੇ ਰੋਗ ਖੰਡੇ ਜਾਣਗੇ। ਪਾਸ਼ੰ ਕ੍ਰੋਧ ਅਗਰਨੀ ਵਹਿ। ਕਹਿੰਦੇ ਜੇ ਕੋਈ ਪਿੱਛੇ ਹੈ ਨਾ, ਗੁਰੂ ਦੀ ਸੇਵਾ ਕਰਦਾ, ਉਹ ਅੱਗੇ ਆ ਜਾਂਦਾ ਸਭ ਤੋਂ। ਪਾਸ਼ੰ ਕ੍ਰੋਧ ਅਗਰਨੀ ਵਹਿ, ਨਿਰਾਸੰਗ ਆਸ ਪੂਰਨ ਹੈ। ਕਹਿੰਦੇ ਇਹ ਐਸਾ ਦਰ ਹੈ, ਨਿਰਾਸ਼ਾ ਵੀ ਆਉਂਦਾ, ਉਹਦੀ ਆਸਾ ਪੂਰੀ ਜਾਂਦੀ ਹੈ। ਗੁਰ ਸੇਵਾ ਕਿੰਗ ਨਾ ਲੱਭੇ ਤੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਬਚਨ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ। ਕਹਿੰਦੇ ਗੁਰੂ ਸੇਵਾ ਵਿੱਚੋਂ ਕੀ ਨਹੀਂ ਮਿਲਦਾ। ਗੁਰੂ ਭਾਈ ਜੇਠਾ ਗੁਰੂ ਰਾਮਦਾਸ ਬਣ ਸਕਦਾ। ਸਿੱਖਾ ਘਬਰਾਈ ਨਾ, ਓਏ ਗੁਰੂ ਦਰ ਤੇ ਜੇ ਸੇਵਾ ਕਰੇਗਾ ਨਾ, ਸਿਮਰਨ ਕਰੇਗਾ, ਆਪਣੀ ਸੱਚੀ ਸੁੱਚੀ ਕਿਰਤ ਕਰੇਗਾ, ਤੇ ਉੱਚੀ ਪਦਵੀ ਤੇ ਤੈਨੂੰ ਗੁਰੂ ਪਹੁੰਚਾਏਗਾ। ਅੱਜ ਬੜੇ ਆ ਜਿਹੜੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਦੇ ਆ, ਤੇ ਕੋਈ ਖਾਲੀ ਨਹੀਂ ਮੁੜਦਾ ਪਿਆਰਿਓ। ਪਰ ਅੰਦਰ ਤਰਲਾ ਹੋਵੇ, ਅੰਦਰ ਤਰਲਾ ਲਏਗਾ ਨਾ, ਬੈਰਾਗ। ਕਹਿੰਦੇ ਬੈਰਾਗ ਐਸਾ ਹੈ, ਮੈਂ 1 ਮਿੰਟ ਵਿੱਚ ਸਮਾਪਤੀ ਕਰਨੀ ਹੈ। ਕਹਿੰਦੇ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਹੁਣ ਗੁਨਾਹ ਕੀਤੇ ਹੈ। ਹੁਣ ਬੱਚੇ ਨੇ ਕੋਈ ਵੀ ਨੁਕਸਾਨ ਕਰਤਾ, ਤੇ ਮਾਂ ਕੋਲੇ ਆ ਕੇ ਜਦੋਂ ਰੋਂਦਾ ਹੈ ਨਾ, ਪਹਿਲਾਂ ਮਾਂ ਚਪੇੜ ਮਾਰਦੀ ਹੈ, ਰੋਂਦਾ ਤੇ ਘੁੱਟ ਕੇ ਸੀਨੇ ਨਾਲ ਲਾ ਲੈਂਦੀ ਹੈ। ਕਹਿੰਦੇ ਜਦੋਂ ਗੁਰੂ ਦੇ ਦਰ ਤੇ ਆ ਕੇ ਰੋਏਗਾ ਨਾ, ਤੇਰੇ ਅੰਦਰੋਂ ਬੈਰਾਗ ਦੇ ਹੰਝੂ ਨਿਕਲਣਗੇ, ਤੇ ਸਤਿਗੁਰ ਵੀ ਘੁੱਟ ਕੇ ਤੈਨੂੰ ਸੀਨੇ ਨਾਲ ਲਾ ਲੈਣਗੇ। ਗੱਜ ਕੇ ਆਖੋ ਸਤਿਨਾਮ। ਘੁੱਟ ਕੇ ਸੀਨੇ ਨਾਲ ਲਾ ਲੈਣਗੇ ਆਪਣੇ ਗੁਰੂ ਤੈਨੂੰ, ਤੇ ਤੇਰੇ ਸਾਰੇ ਗੁਨਾਹ ਮਾਫ ਕਰ ਦੇਣਗੇ। ਕਿਉਂਕਿ ਮਾਂ ਵਰਗਾ ਸੁਭਾਅ ਹੈ ਗੁਰੂ ਦਾ। ਪਰ ਤੇਰੇ ਅੰਦਰ ਉਹ ਭਾਵਨਾ ਹੋਣੀ ਚਾਹੀਦੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਜੇ ਕੋਈ ਜਾ ਕੇ ਤਰਲਾ ਲੈਂਦਾ ਹੈ ਨਾ, ਅਰਦਾਸ ਕੀ ਹੈ? ਹੁਣ ਮੇਰੇ ਵਰਗੇ ਕੋਲੇ ਆ ਕੇ ਸਾਰੇ ਕਹਿੰਦੇ ਆ, ਮੈਂ ਕਹਿਣਾ ਭਾਈ ਮੇਰੀ ਕੀਤੀ ਅਰਦਾਸ ਨਹੀਂ ਪੂਰੀ ਹੋਣੀ। ਗੱਲ ਨੋਟ ਕਰ ਲਿਓ, ਕਿਸੇ ਦੀ ਕੀਤੀ ਅਰਦਾਸ ਨਹੀਂ ਪੂਰੀ ਹੁੰਦੀ। ਅਰਦਾਸ ਕਰ ਰਿਹਾ ਹੁੰਦਾ ਨਾ ਜਦੋਂ ਅਰਦਾਸੀਆ ਸਿੰਘ, ਤੇ ਤੇਰੇ ਅੰਦਰੋਂ ਭੁੱਬ ਨਿਕਲੇ, ਮਾਲਕਾ ਮੇਰੇ ਕੋਲੇ ਧਨ ਨਹੀਂ,
ਅੰਦਰੋਂ ਤੇਰੇ ਵੈਰਾਗ ਆਵੇ, ਅੰਦਰੋਂ ਤੇਰੇ ਤਰਲਾ ਉੱਠੇ। ਇਹ ਨਹੀਂ ਵੀ ਤੂੰ ਗ੍ਰੰਥੀ ਸਿੰਘ ਦੇ ਬੋਲਾ ਬਣੀ ਧਿਆਨ ਦੇਈ ਜਾਵੇਂ, ਬਾਬੇ ਨੇ ਕੀ ਬੋਲਿਆ ਜੀ ਮੇਰਾ ਤੇ ਨਾ ਹੀ ਨਹੀਂ ਸਹੀ ਲਿਆ। ਉਹ ਤੇਰੇ ਦਿਲ ਦੀ ਜਾਣਦਾ, ਤੇਰੇ ਅੰਦਰੋਂ ਤਰਲਾ ਉੱਠੇਗਾ ਨਾ, ਵੈਰਾਗ ਉੱਠੇਗਾ, ਤੇ ਮੈਂ ਲਿਖ ਕੇ ਦੇ ਦੇਣਾ ਅਰਦਾਸ ਪੂਰੀ ਨਾ ਹੋਵੇ ਤੇ। ਅੱਜ ਤੱਕ ਮੈਂ ਆਪਣੀ ਗੱਲ ਕਰਾਂ ਵੀ ਜਿੰਨੀਆਂ ਵੀ ਅਰਦਾਸਾਂ ਕੀਤੀਆਂ ਨਾ, ਸਤਿਗੁਰੂ ਜੀ ਨੇ ਕਦੇ ਖਾਲੀ ਨਹੀਂ ਰੱਖੇ। ਛੋਟਾ ਜਿਹਾ ਹੁੰਦਾ ਸੀ ਮੈਂ, ਤੇ ਤਾਪ ਚੜੇ ਵਿੱਚ ਮੇਰੀ ਮਾਂ ਨੇ ਮੈਨੂੰ ਨਵਾਤਾ। ਸੁਣਿਓ ਅਰਦਾਸ ਦੀ ਛਾਪ, ਮੇਰਾ ਪਾਸਾ ਸਾਰੀ ਖੜ ਗਿਆ। ਘਰੇ ਕੋਈ ਮਾਇਆ ਵੀ ਨਹੀਂ ਸੀ। ਇੱਕ ਮਿੰਟ, ਅਰਦਾਸ ਕੀਤੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ, ਸਤਿਗੁਰੂ ਜੀ ਕਿਰਪਾ ਕਰੋ। ਤੇ ਅੱਜ ਤੁਹਾਡੇ ਸਾਹਮਣੇ ਅਰਦਾਸ ਵਿੱਚ ਸ਼ਕਤੀ ਹੈ। ਕੋਈ ਇਹ ਨਹੀਂ ਸੀ ਵੀ ਗ੍ਰੰਥੀ ਕੋਲੋਂ ਕਰਾਈ ਜਾ ਕੇ, ਘਰੋਂ ਹੀ ਕੀਤੀ ਆਪਣੇ। ਤੇ ਪਿਆਰਿਓ ਗੁਰੂ